ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ। ਮੈਂ ਵरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। 16 ਲੱਖ ਪ੍ਰਵਾਸੀਆਂ ਨੇ ਮੰਗੀ ਅਮਰੀਕਾ ਵਿੱਚ ਪਨਾਹ। ਹਵਾਈ ਮੁਸਾਫਰਾਂ ਨੂੰ ਲਟਕਾਉਣ ਦੇ ਵਿੱਚ 에ਅਰ ਕੈਨੇਡਾ ਤੇ ਵੈਸਟ ਜੈਟ ਵੀ ਪਿੱਛੇ ਨਹੀਂ ਰਹੇ। ਪੱਛਮੀ ਨਿਊਯਾਰਕ ਦੇ ਵਿੱਚ ਕਰੀਬ 40 ਲੋਕਾਂ ਦੀ ਮੌਤ। ਬਰਫ਼ ਪਿਘਲਣ ਤੇ ਮਿਲ ਸਕਦੀਆਂ ਨੇ ਹੋਰ ਲਾਸ਼ਾਂ। ਹਾਲਾਤ ਵਿਗੜੇ। ਕੈਨੇਡਾ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਨਾਲ ਧੋਖਾਧੜੀ। ਭਾਰਤ ਸਰਕਾਰ ਨੇ ਦਿੱਤੀ ਚੇਤਾਵਨੀ। ਅਮਰੀਕਾ 'ਚ ਵਾਪਰਿਆ ਕਾਰ ਹਾਦਸਾ। ਭਾਰਤੀ ਮੂਲ ਦੇ 2 ਸਾਲਾ ਬੱਚੇ ਦੀ ਮੌਤ। ਮਾਂ ਲੜ ਰਹੀ ਹੈ ਜ਼ਿੰਦਗੀ ਦੀ ਜੰਗ। ਹੀਰਾਬੇਨ ਦੇ ਦੇਹਾਂਤ ਤੇ ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਪ੍ਰਗਟਾਇਆ ਸੋਗ। ਕਿਹਾ ਮੁਸ਼ਕਿਲ ਸਮੇਂ ਦੇ ਵਿੱਚ ਪੀਐਮ ਮੋਦੀ ਨਾਲ ਮੇਰੀ ਹਮਦਰਦੀ। ਫਰਾਂਸ ਨੇ ਵੀ ਲਗਾਈ ਚੀਨ ਤੇ ਯਾਤਰਾ ਪਾਬੰਦੀ ਕਰੋਨਾ ਕਰਕੇ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਅਮਰੀਕਾ ਦੇ ਵਿੱਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਰਿਕਾਰਡ 16 ਲੱਖ ਤੋਂ ਟੱਪ ਗਈ ਹੈ। CNN ਦੀ ਰਿਪੋਰਟ ਦੇ ਮੁਤਾਬਕ 219 ਵੱਖ-ਵੱਖ ਮੁਲਕਾਂ ਅਤੇ 418 ਭਾਸ਼ਾਵਾਂ ਬੋਲਣ ਵਾਲੇ ਲਗਾਤਾਰ ਨਾਜਾਇਜ਼ ਤਰੀਕੇ ਦੇ ਨਾਲ ਅਮਰੀਕਾ 'ਚ ਦਾਖਲ ਹੋ ਰਹੇ ਨੇ ਅਤੇ ਆਪਣੀ ਜਾਨ ਨੂੰ ਖਤਰਾ ਦੱਸ ਕੇ ਪਨਾਹ ਦੀ ਮੰਗ ਕੀਤੀ ਜਾ ਰਹੀ ਹੈ। ਅਸਾਈਲਮ ਦੀਆਂ ਅਰਜ਼ੀਆਂ ਵਧਣ ਦੇ ਕਾਰਨ ਇਮੀਗ੍ਰੇਸ਼ਨ ਅਦਾਲਤਾਂ ਦੇ ਵਿੱਚ ਸੁਣਵਾਈ ਦਾ ਔਸਤ ਉਡੀਕ ਸਮਾਂ 4.5 ਸਾਲ ਦੇ ਨੇੜੇ ਪੁੱਜ ਗਿਆ ਹੈ। ਉੱਤਰੀ ਅਮਰੀਕਾ ਦੇ ਵਿੱਚ ਹਵਾਈ ਮੁਸਾਫਰਾਂ ਨੂੰ ਸਭ ਤੋਂ ਵੱਧ ਲਟਕਾਉਣ ਵਾਲੀਆਂ 10 ਪ੍ਰਮੁੱਖ 에ਅਰਲਾਈਨਸ ਦੇ ਵਿੱਚ 에ਅਰ ਕੈਨੇਡਾ ਅਤੇ ਵੈਸਟ ਜੈਟ ਵੀ ਸ਼ਾਮਲ ਨੇ। ਤਾਜ਼ਾ ਰਿਪੋਰਟ ਦੇ ਮੁਤਾਬਕ 10 에ਅਰਲਾਈਨਸ ਦੇ ਵਿੱਚੋਂ 에ਅਰ ਕੈਨੇਡਾ ਦੀ ਕਾਰਗੁਜ਼ਾਰੀ ਸਭ ਤੋਂ ਮਾੜੀ ਰਹੀ, ਜਿਸ ਦੀਆਂ 1,43,000 ਫਲਾਈਟਸ ਵਿੱਚੋਂ 55.6% ਹੀ ਸਮੇਂ ਤੇ ਪੁੱਜ ਸਕੀਆਂ। ਵੈਸਟ ਜੈਟ ਦਾ ਜ਼ਿਕਰ ਕੀਤਾ ਜਾਏ ਤਾਂ 99,000 ਫਲਾਈਟਸ ਦੇ ਵਿੱਚੋਂ 60.7% ਫਲਾਈਟਸ ਸਮੇਂ ਤੇ ਪੁੱਜੀਆਂ। ਅਮਰੀਕਾ ਦੇ ਵਿੱਚ ਬਰਫੀਲੇ ਤੂਫਾਨ ਦੇ ਕਾਰਨ ਲੱਖਾਂ ਲੋਕਾਂ ਦੀ ਜ਼ਿੰਦਗੀ ਠੱਪ ਹੋ ਗਈ ਤੇ ਅਮਰੀਕਾ ਦੇ ਵਿੱਚ ਤਾਪਮਾਨ -45 ਡਿਗਰੀ ਤੱਕ ਚਲਾ ਗਿਆ ਸੀ। ਠੰਡ ਦਾ ਇਹ ਹਾਲ ਰਿਹਾ ਕਿ ਲੋਕ ਬਰਫ਼ਬਾਰੀ ਕਾਰਨ ਜੰਮ ਰਹੇ ਨੇ। ਵੀਰਵਾਰ ਨੂੰ ਨਿਊਯਾਰਕ ਦੇ ਦੂਜੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਬਫੇਲੋ ਦੇ ਮੇਅਰ ਨੇ ਦੱਸਿਆ ਸੀਗਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਖੋਲ੍ਹ ਦਿੱਤਾ ਗਿਆ। ਉੱਥੋਂ ਦੇ ਅਧਿਕਾਰੀਆਂ ਨੇ ਲਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਿਛਲੇ ਹਫ਼ਤੇ ਬਰਫੀਲੇ ਤੂਫਾਨ ਤੋਂ ਬਾਅਦ ਲਾਪਤਾ ਕਈ ਲੋਕਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਨਿਊਯਾਰਕ ਦੇ ਵਿੱਚ ਠੰਡ ਦੇ ਕਾਰਨ ਹੁਣ ਤੱਕ 40 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਫੇਲੋ ਸਿਟੀ ਦੇ ਮੇਅਰ ਬਾਇਰਨ ਨੇ ਕਿਹਾ ਕਿ ਬਰਫ਼ ਹਟਾਉਣ ਦਾ ਕੰਮ ਤੇਜ਼ ਕਰ ਦਿੱਤਾ ਗਿਆ। ਬਫੇਲੋ ਸ਼ਹਿਰ ਵਿੱਚ ਉਪਨਗਰੀ ਸੜਕਾਂ, ਪ੍ਰਮੁੱਖ ਹਾਈਵੇ ਅਤੇ ਅੰਤਰਰਾਸ਼ਟਰੀ ਹਵਾਈ ਅੱਡਾ ਪਹਿਲਾਂ ਹੀ ਖੋਲ੍ਹਿਆ ਜਾ ਚੁੱਕਾ ਹੈ। ਉੱਥੇ ਲੋਕਾਂ ਨੂੰ ਬੇਨਤੀ ਕਰਦੇ ਹੋਏ ਬਰਾਊਨ ਨੇ ਕਿਹਾ ਕਿ ਲੋਕ ਬੇਲੋੜੇ ਵਾਹਨਾਂ ਨੂੰ ਘਰੋਂ ਬਾਹਰ ਕੱਢਣ ਤੋਂ ਬਚਣ। ਬਫੇਲੋ ਸਿਟੀ ਦੇ ਅਧਿਕਾਰੀ ਅਤੇ ਗਾਰਡ ਲੋਕਾਂ ਦੇ ਘਰ ਜਾ ਕੇ ਉਹਨਾਂ ਦੀਆਂ ਲੋੜਾਂ ਦਾ ਪਤਾ ਲਗਾ ਰਹੇ ਨੇ। ਦੱਸ ਦਈਏ ਕਿ ਸ਼ਹਿਰ ਵਿੱਚ ਬਰਫੀਲੇ ਤੂਫਾਨ ਕਾਰਨ ਸ਼ਹਿਰ ਵਿੱਚ ਬਿਜਲੀ ਠੱਪ ਹੋ ਗਈ। ਉੱਥੋਂ ਦੇ ਅਧਿਕਾਰੀ ਬਰਫ਼ ਪਿਘਲਣ ਦਾ ਇੰਤਜ਼ਾਰ ਕਰ ਰਹੇ ਨੇ ਅਤੇ ਲੋਕਾਂ ਨੂੰ ਲੱਭਣ 'ਚ ਲੱਗੇ ਹੋਏ ਨੇ। ਕੁਝ ਸਿਟੀ ਜਿਵੇਂ ਕਿ ਮਲ ਸਿਟੀ ਪੁਲਿਸ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਹੀ ਹੈ। ਵੀਰਵਾਰ ਨੂੰ ਬਰਫੀਲੇ ਤੂਫਾਨ ਦੀ ਜਾਣਕਾਰੀ ਦਿੰਦੇ ਹੋਏ ਏਰੀ ਕਾਉਂਟੀ ਦੇ ਅਧਿਕਾਰੀ ਮਾਰਕ ਨੇ ਕਿਹਾ ਕਿ ਕੁਝ ਪੀੜਤਾਂ ਦੀ ਅਜੇ ਪਛਾਣ ਨਹੀਂ ਹੋ ਸਕੀ। ਉਹਨਾਂ ਨੇ ਕਿਹਾ ਕਿ ਸ਼ਹਿਰ ਵਿੱਚ ਕਈ ਪਰਿਵਾਰ ਅਜਿਹੇ ਨੇ ਜੋ ਅਜੇ ਵੀ ਆਪਣੇ ਲਾਪਤਾ ਅਜ਼ੀਜ਼ਾਂ ਦੀ ਭਾਲ ਕਰ ਰਹੇ ਨੇ। ਦੂਜੇ ਪਾਸੇ ਓਹਾਈਓ ਦੇ ਗਵਰਨਰ ਦੇ ਮੁਤਾਬਕ ਮੌਜੂਦਾ ਹਾਲਾਤਾਂ ਕਾਰਨ ਜ਼ਿਆਦਾਤਰ ਮੌਤਾਂ ਸੜਕ ਤੇ ਹੋ ਰਹੀਆਂ ਨੇ। ਉਹਨਾਂ ਨੇ ਲੋਕਾਂ ਨੂੰ ਹਾਲਾਤ ਆਮ ਵਾਂਗ ਹੋਣ ਤੱਕ ਘਰਾਂ 'ਚ ਰਹਿਣ ਦੀ ਅਪੀਲ ਅਜੇ ਵੀ ਕੀਤੀ ਹੈ। ਭਾਰਤ ਨੇ ਕੈਨੇਡਾ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਧੋਖਾਧੜੀ ਦਾ ਸ਼ਿਕਾਰ ਹੋਣ ਬਾਰੇ ਚਿੰਤਾ ਪ੍ਰਗਟਾਈ। ਕੈਨੇਡਾ ਦੇ ਵਿੱਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਵੀਰਵਾਰ ਨੂੰ ਕਿਹਾ ਇਹ ਇੱਕ ਵੱਡਾ ਮੁੱਦਾ ਹੈ ਜਿਸ ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਉਹ ਓਟਾਵਾ 'ਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸੀ। ਭਾਰਤੀ ਪੱਖ ਤੋਂ ਕਿਹਾ ਗਿਆ ਹੈ ਕਿ ਰਿਕਰੂਟਮੈਂਟ ਏਜੰਟ ਕੈਨੇਡਾ ਵਿੱਚ ਸ਼ੱਕੀ ਟਰੈਕ ਰਿਕਾਰਡ ਵਾਲੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਦੇ ਵਿੱਚ ਦਾਖਲਾ ਦਿਵਾਉਣ ਦੇ ਨਾਂ ਤੇ ਭਾਰਤੀ ਵਿਦਿਆਰਥੀਆਂ ਦੇ ਨਾਲ ਧੋਖਾਧੜੀ ਕਰ ਰਹੇ ਨੇ। ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਭਾਰਤੀ ਭਾਈਚਾਰੇ ਨੂੰ ਅਜਿਹੀਆਂ ਸੰਸਥਾਵਾਂ ਦੇ ਵਿਰੁੱਧ ਆਵਾਜ਼ ਉਠਾਉਣ ਲਈ ਕਿਹਾ ਤਾਂ ਜੋ ਦਾਖਲਾ ਲੈਣ ਜਾ ਰਹੇ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਸੁਚੇਤ ਕੀਤਾ ਜਾ ਸਕੇ। ਭਾਰਤੀ ਹਾਈ ਕਮਿਸ਼ਨਰ ਵਰਮਾ ਨੇ ਕਿਹਾ ਕਿ ਭਾਰਤ ਵਿੱਚ ਤੱਥਹੀਣ ਗਲਤ ਵਰਤਾਂਤ ਰਚਿਆ ਜਾ ਰਿਹਾ ਅਤੇ ਦੇਸ਼ ਤੋਂ ਆਉਣ ਵਾਲੇ ਹੋਣਹਾਰ ਵਿਦਿਆਰਥੀਆਂ ਨਾਲ ਧੋਖਾ ਕੀਤਾ ਜਾਂਦਾ ਹੈ। ਵਰਮਾ ਨੇ ਦੱਸਿਆ ਕਿ ਅਜਿਹੇ ਕਾਲਜਾਂ ਦੇ ਵਿੱਚ ਦਾਖਲਾ ਲੈਣ ਦੇ ਲਈ ਵਿਸ਼ੇਸ਼ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ। ਹਾਈ ਕਮਿਸ਼ਨਰ ਨੇ ਕਿਹਾ ਕਿ ਓਨਟਾਰੀਓ ਅਤੇ ਕਿਊਬੈਕ ਸੂਬਿਆਂ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ
ਸਾਹਮਣਾ ਕਰਨਾ ਪੈ ਰਿਹਾ। ਹਾਈ ਕਮਿਸ਼ਨਰ ਵਰਮਾ ਨੇ ਕਿਹਾ ਕਿ ਭਾਰਤੀ ਭਾਈਚਾਰੇ ਨੂੰ ਕਾਲਜਿਸ ਵਿੱਚ ਦਾਖਲਾ ਲੈਣ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਦੇ ਨਾਲ ਸਹੀ ਜਾਣਕਾਰੀ ਸਾਂਝੀ ਕਰਨ ਅਤੇ ਉਹਨਾਂ ਸੰਸਥਾਵਾਂ ਦੀ ਭਰੋਸੇਯੋਗਤਾ ਦਾ ਪਤਾ ਲਗਾਉਣ ਲਈ ਸੱਦਾ ਦਿੱਤਾ ਜਿਨ੍ਹਾਂ ਵਿੱਚ ਭਾਰਤੀ ਵਿਦਿਆਰਥੀ ਪੜ੍ਹਾਈ ਕਰਨ ਜਾ ਰਹੇ ਨੇ। ਪਿਛਲੇ ਹਫ਼ਤੇ ਕੈਨੇਡੀਅਨ ਇਮੀਗ੍ਰੇਸ਼ਨ ਲਾਇਰਜ਼ ਐਸੋਸੀਏਸ਼ਨ ਦੇ ਸਹਿ ਸੰਸਥਾਪਕ ਰਵੀ ਜੈਨ ਨੇ ਕਿਹਾ ਕਿ ਦਾਖਲਾ ਏਜੰਟ ਵਿਦਿਆਰਥੀਆਂ ਨੂੰ ਸਥਾਈ ਨਿਵਾਸ ਦਾ ਵਾਅਦਾ ਵੀ ਕਰਦੇ ਨੇ। ਉਹਨਾਂ ਨੇ ਕਿਹਾ ਕਿ ਵਾਅਦੇ ਕੀਤੇ ਜਾ ਰਹੇ ਨੇ ਕਿ ਵਿਦਿਆਰਥੀ ਆਸਾਨੀ ਨਾਲ ਗ੍ਰੈਜੂਏਟ ਹੋ ਜਾਣਗੇ ਤੇ ਪੱਕੇ ਨਿਵਾਸੀ ਬਣਨ ਦੇ ਯੋਗ ਹੋਣਗੇ, ਪਰ ਜੇਕਰ ਤੁਸੀਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਅਤੇ ਉਹਨਾਂ ਦੇ ਲਈ ਕੀਤੀ ਜਾਂਦੀ ਆਮ ਪੇਸ਼ਕਸ਼ ਨੂੰ ਦੇਖਦੇ ਹੋ ਜੋ ਕੈਨੇਡੀਅਨ ਅਨੁਭਵ ਕਲਾਸ ਹੈ, ਉੱਥੇ ਹਰ ਕਿਸੇ ਦੇ ਕੋਲ ਰੱਖਣ ਦੇ ਲਈ ਕਮਰਾ ਨਹੀਂ ਹੈ। ਔਰ ਅਕਤੂਬਰ ਦੇ ਵਿੱਚ CBC ਨਿਊਜ਼ ਨੇ ਇਸ ਮੁੱਦੇ ਤੇ ਇੱਕ ਜਾਂਚ ਦਾ ਸਿੱਟਾ ਕੱਢਿਆ ਜਿਸ ਵਿੱਚ ਕਿਹਾ ਗਿਆ ਸੀਗਾ ਕਿ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਪੋਸਟ ਸੈਕੰਡਰੀ ਸਿੱਖਿਆ ਤੇ ਇੱਥੇ ਜੀਵਨ ਬਣਾਉਣ ਦੇ ਵਾਅਦੇ ਦੇ ਨਾਲ ਭਰਮਾਇਆ ਜਾ ਰਿਹਾ। ਇੱਥੇ ਹਰ ਸਾਲ ਹਜ਼ਾਰਾਂ ਵਿਦੇਸ਼ੀ ਵਿਦਿਆਰਥੀ ਆ ਰਹੇ ਨੇ। 2,40,000 ਭਾਰਤੀ ਵਿਦਿਆਰਥੀਆਂ ਵੱਲ ਇਸ਼ਾਰਾ ਕਰਦਿਆਂ ਹਾਈ ਕਮਿਸ਼ਨਰ ਵਰਮਾ ਨੇ ਕਿਹਾ ਕਿ ਕੈਨੇਡਾ ਨੇ ਅਸਲ ਵਿਦਿਅਕ ਮੌਕੇ ਪੇਸ਼ ਕੀਤੇ ਨੇ। ਇਸ ਦੇ ਨਾਲ ਹੀ ਉਹਨਾਂ ਨੇ ਰਿਕਰੂਟਮੈਂਟ ਏਜੰਟਾਂ ਦੇ ਮਾੜੇ ਪ੍ਰਭਾਵ ਵਿਰੁੱਧ ਵੀ ਚੇਤਾਵਨੀ ਦਿੱਤੀ। ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਇਸ ਕਹਾਣੀ ਨੂੰ ਕਿਸੇ ਵੀ ਤਰ੍ਹਾਂ ਦਾਗਦਾਰ ਕੀਤਾ ਜਾਏ। ਅਮਰੀਕਾ ਦੇ ਨੇਵਾਡਾ ਵਿੱਚ ਕ੍ਰਿਸਮਸ ਮੌਕੇ ਵਾਪਰੇ ਇੱਕ ਕਾਰ ਹਾਦਸੇ ਦੇ ਵਿੱਚ ਭਾਰਤੀ ਮੂਲ ਦੇ 2 ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਅਮਰੀਕਾ ਦੇ ਇੱਕ ਹਸਪਤਾਲ ਦੇ ਵਿੱਚ ਜ਼ਿੰਦਗੀ ਦੀ ਜੰਗ ਲੜ ਰਹੀ ਹੈ। ਲਾਸ ਵੇਗਾਸ ਰਿਵਿਊ ਜਰਨਲ ਅਖਬਾਰ ਵਿੱਚ ਛਪੀ ਖਬਰ ਦੇ ਅਨੁਸਾਰ ਕੈਲੀਫੋਰਨੀਆ ਦੇ ਇਰਵਿਨ ਨਿਵਾਸੀ ਆਰਾ ਮੁਥਿਆਲਾ ਦੀ ਕਾਰ ਹਾਦਸੇ ਵਿੱਚ ਸਿਰ 'ਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ। ਪਰਿਵਾਰ ਦੀ ਮਦਦ ਦੇ ਲਈ ਬਣਾਏ ਗਏ GoFundMe ਪੇਜ ਦੇ ਅਨੁਸਾਰ ਸ਼ਰਵੀਆ ਮੁਥਿਆਲਾ, ਉਸਦੇ ਪਤੀ ਰਵਿੰਦਰ ਮੁਥਿਆਲਾ ਅਤੇ ਪੁੱਤਰ ਆਰਵ ਲਾਸ ਵੇਗਾਸ ਤੋਂ ਵਾਪਸ ਆਉਂਦੇ ਸਮੇਂ ਇੱਕ ਘਾਤਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਨਿਵਾਡਾ ਸਟੇਟ ਪੁਲਿਸ ਹਾਈਵੇ ਪੈਟਰੋਲ ਦੇ ਅਨੁਸਾਰ ਇਹ ਹਾਦਸਾ ਕਲਾਰਕ ਕਾਉਂਟੀ ਦੇ ਇੱਕ ਪ੍ਰਮੁੱਖ ਸੜਕ ਲਾਸ ਵੇਗਾਸ ਬੁਲੇਵਾਰਡ ਵਿਖੇ ਵਾਪਰਿਆ। ਫੰਡਰੇਜ਼ਰਸ ਪੇਜ ਦੇ ਮੁਤਾਬਕ ਰਵਿੰਦਰ ਮੁਥਿਆਲਾ ਮਾਮੂਲੀ ਸੱਟਾਂ ਨਾਲ ਹਾਦਸੇ ਵਿੱਚ ਬਚ ਗਿਆ। ਨਿਵਾਡਾ ਹਾਈਵੇ ਪੈਟਰੋਲ ਦੇ ਅਨੁਸਾਰ ਪੁਲਿਸ ਪਿਛਲੇ ਐਤਵਾਰ ਨੂੰ ਲਾਸ ਵੇਗਾਸ ਬੁਲੇਵਾਰਡ ਸਾਊਥ ਤੇ ਮੀਲ ਮਾਰਕਰ 12 ਦੇ ਨੇੜੇ ਵਾਪਰੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। 7 ਮੈਜਿਕ ਮਾਊਂਟੇਨ ਸੈਲਾਨੀਆਂ ਅਤੇ ਸਥਾਨਕ ਲੋਕਾਂ ਦੇ ਵਿੱਚ ਇੱਕ ਪ੍ਰਸਿੱਧ ਸਥਾਨ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ। ਹੀਰਾਬੇਨ ਮੋਦੀ ਦਾ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਇੱਕ ਹਸਪਤਾਲ ਦੇ ਵਿੱਚ ਦੇਹਾਂਤ ਹੋ ਗਿਆ ਸੀ। ਉਹਨਾਂ ਦੀ ਉਮਰ 100 ਸਾਲ ਸੀ। ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੇ ਭਰਾਵਾਂ ਨੇ ਗਾਂਧੀ ਨਗਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦੀ ਚਿਖਾ ਨੂੰ ਅਗਨੀ ਭੇਂਟ ਕੀਤਾ ਸੀ। ਬਾਈਡਨ ਨੇ ਟਵੀਟ ਕੀਤਾ, ਮੈਂ ਅਤੇ ਜਿਲ ਬਾਈਡਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਦੀ ਮਾਂ ਹੀਰਾਬੇਨ ਮੋਦੀ ਦੇ ਦੇਹਾਂਤ ਤੇ ਡੂੰਘੀ ਅਤੇ ਦਿਲੀ ਹਮਦਰਦੀ ਭੇਜਦੇ ਹਾਂ। ਉਹਨਾਂ ਨੇ ਸ਼ੁੱਕਰਵਾਰ ਰਾਤ ਨੂੰ ਲਿਖਿਆ, ਇਸ ਦੁੱਖ ਦੀ ਘੜੀ 'ਚ ਸਾਡੀ ਹਮਦਰਦੀ ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਹੈ। ਅਮਰੀਕਾ ਦੀਆਂ ਕਈ ਹੋਰ ਮਸ਼ਹੂਰ ਹਸਤੀਆਂ ਸੰਗਠਨਾਂ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ। ਚੀਨ ਵਿੱਚ ਕਰੋਨਾ ਦੀ ਵਿਗੜਦੀ ਸਥਿਤੀ ਦੇ ਵਿਚਕਾਰ ਹੁਣ ਫਰਾਂਸ ਨੇ ਵੀ ਚੀਨ ਤੋਂ ਆਉਣ ਵਾਲਿਆਂ ਤੇ ਯਾਤਰਾ ਪਾਬੰਦੀਆਂ ਲਗਾ ਦਿੱਤੀਆਂ ਨੇ। ਇਸ ਤੋਂ ਪਹਿਲਾਂ ਭਾਰਤ ਅਤੇ ਅਮਰੀਕਾ ਸਮੇਤ ਸਭ ਤੋਂ ਵੱਧ ਦੇਸ਼ ਇਸ ਤਰ੍ਹਾਂ ਦੇ ਕਦਮ ਚੁੱਕੇ ਨੇ। ਹੁਣ ਚੀਨ ਤੋਂ ਫਰਾਂਸ ਆਉਣ ਵਾਲੇ ਯਾਤਰੀਆਂ ਨੂੰ ਨੈਗੇਟਿਵ ਕੋਵਿਡ ਰਿਪੋਰਟ ਦਿਖਾਉਣੀ ਪਏਗੀ। ਫਰਾਂਸ ਦੀ ਯਾਤਰਾ ਦੇ ਲਈ ਰਵਾਨਗੀ ਤੋਂ 48 ਘੰਟੇ ਪਹਿਲਾਂ ਯਾਤਰੀਆਂ ਲਈ ਕੋਵਿਡ ਨੈਗੇਟਿਵ ਰਿਪੋਰਟ ਦਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ। ਫਰਾਂਸ ਦੇ ਸਿਹਤ ਅਤੇ ਟਰਾਂਸਪੋਰਟ ਮੰਤਰਾਲੇ ਦੇ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਚੀਨ ਤੋਂ ਸਿੱਧੇ ਦੂਜੇ ਦੇਸ਼ਾਂ ਦੇ ਰਸਤੇ ਆਉਣ ਵਾਲੀਆਂ ਸਾਰੀਆਂ ਉਡਾਣਾਂ ਦੇ ਯਾਤਰੀਆਂ ਨੂੰ ਆਪਣੇ ਨਾਲ ਕੋਵਿਡ ਟੈਸਟ ਰਿਪੋਰਟ ਲੈ ਕੇ ਆਉਣੀ ਹੋਏਗੀ ਅਤੇ ਮਾਸਕ ਪਾਉਣੇ ਹੋਣਗੇ। ਦਰਅਸਲ ਚੀਨ ਤੋਂ ਇਟਲੀ ਪਹੁੰਚੇ 2 ਜਹਾਜ਼ਾਂ ਦੇ ਵਿੱਚ 100 ਯਾਤਰੀ ਕਰੋਨਾ ਪੋਜ਼ਿਟਿਵ ਪਾਏ ਗਏ। ਇਸ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਨੇ ਸਾਵਧਾਨੀ ਦੇ ਉਪਾਅ ਕਰਨੇ ਸ਼ੁਰੂ ਕਰ ਦਿੱਤੇ। ਅਮਰੀਕਾ 'ਚ ਮੈਕਸੀਕੋ ਦੀ ਖਾੜੀ 'ਚ ਹਾਦਸਾਗ੍ਰਸਤ ਹੋ ਕੇ ਡਿੱਗੇ ਹੈਲੀਕਾਪਟਰ ਦੇ ਵਿੱਚ ਸਵਾਰ 4 ਲੋਕਾਂ ਨੂੰ ਲੱਭਣ ਦਾ ਕੰਮ ਅਮਰੀਕੀ ਤੱਟ ਰੱਖਿਅਕਾਂ ਨੇ ਰੋਕ ਦਿੱਤਾ। ਨਿਊ ਆਰਲੀਆਂਸ ਵਿੱਚ ਤੱਟ ਰੱਖਿਅਕਾਂ ਦੇ 8ਵੇਂ ਜ਼ਿਲ੍ਹਾ ਹੈੱਡਕੁਆਰਟਰ ਦੇ ਬੁਲਾਰੇ ਪੀਟੀ ਅਫਸਰ ਜੌਸ ਨੇ ਦੱਸਿਆ ਕਿ ਖੋਜ ਪਾਰਟੀ ਉਦੋਂ ਤੱਕ ਭਾਲ ਦਾ ਕੰਮ ਮੁੜ ਤੋਂ ਸ਼ੁਰੂ ਨਹੀਂ ਕਰੇਗੀ ਜਦੋਂ ਤੱਕ ਉਸਦੇ ਹੱਥ ਕੋਈ ਵੀ ਨਵੀਂ ਸੂਚਨਾ ਨਹੀਂ ਲੱਗਦੀ। ਹੈਲੀਕਾਪਟਰ ਨੇ ਨਿਊ ਆਰਲੀਆਂਸ ਦੇ ਦੱਖਣ ਪੂਰਬੀ ਹਿੱਸੇ 'ਚ ਮਿਸੀਸਿਪੀ ਨਦੀ ਦੇ ਮੁਹਾਣੇ ਤੇ ਸਾਊਥ ਵੈਸਟ ਚੈਨਲ ਤੋਂ ਲਗਭਗ 10 ਕਿਲੋਮੀਟਰ ਦੂਰ ਇੱਕ ਆਇਲ ਪਲੇਟਫਾਰਮ ਤੋਂ ਸਥਾਨ ਸਮੇਂ ਅਨੁਸਾਰ ਸਵੇਰੇ 8:40 ਤੇ ਉਡਾਨ ਭਰੀ ਸੀ, ਜਿਸ ਤੋਂ ਬਾਅਦ ਉਹ ਹਾਦਸਾਗ੍ਰਸਤ ਹੋ ਗਿਆ। ਉਸ ਵਿੱਚ ਪਾਇਲਟ ਅਤੇ 3 ਤੇਲ ਕਰਮਚਾਰੀ ਸਨ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤੀ ਅਮਰੀਕੀ ਮੂਲ ਦੇ ਰਾਜੀਵ ਬੜਿਆਲ ਨੂੰ ਇੱਕ ਅਹਿਮ ਰਾਸ਼ਟਰੀ ਪੁਲਾੜ ਸਲਾਹਕਾਰ ਸਮੂਹ ਵਿੱਚ
ਨਾਮਜ਼ਦ ਕੀਤਾ। ਇਸ ਗਰੁੱਪ ਨੂੰ ਇੱਕ ਮਜ਼ਬੂਤ ਅਤੇ ਜ਼ਿੰਮੇਵਾਰ ਅਮਰੀਕੀ ਪੁਲਾੜ ਉੱਦਮ ਨੂੰ ਕਾਇਮ ਰੱਖਣ ਅਤੇ ਮੌਜੂਦਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੇ ਲਈ ਸਪੇਸ ਸੁਰੱਖਿਅਤ ਕਰਨ ਦਾ ਕੰਮ ਸੌਂਪਿਆ ਗਿਆ। ਦਰਅਸਲ ਐਮਾਜ਼ੋਨ ਦੇ ਪ੍ਰੋਜੈਕਟ ਕੁਇਪਰ ਦੇ ਉਪ ਚੇਅਰਮੈਨ ਵਡਿਆਲ 16 ਦਸੰਬਰ ਨੂੰ ਨੈਸ਼ਨਲ ਸਪੇਸ ਕੌਂਸਲ ਦੇ ਉਪਭੋਗਤਾ ਸਲਾਹਕਾਰ ਸਮੂਹ ਲਈ ਹੈਰਿਸ ਦੁਆਰਾ ਨਾਮਜ਼ਦ ਕੀਤੇ ਗਏ 30 ਪੁਲਾੜ ਮਾਹਿਰਾਂ ਵਿੱਚੋਂ ਇੱਕ ਹੈ। ਤੁਹਾਨੂੰ ਦੱਸ ਦੇ ਕਿ ਹੈਰਿਸ ਨੇ USG ਦੇ ਪ੍ਰਧਾਨ ਦੇ ਰੂਪ ਵਿੱਚ US 에ਅਰ ਫੋਰਸ ਦੇ ਰਿਟਾਇਰਡ ਜਨਰਲ ਲੈਸਟਰ ਲਾਇਸ ਨੂੰ ਨਾਮਜ਼ਦ ਕੀਤਾ ਸੀ। ਪ੍ਰੋਜੈਕਟ ਕੁਇਪਰ ਲੋ ਅਰਥ ਆਰਬਿਟ ਸੈਟੇਲਾਈਟਾਂ ਦੇ ਇੱਕ ਤਾਰ ਮੰਡਲ ਨੂੰ ਲਾਂਚ ਕਰਨ ਦੇ ਲਈ ਇੱਕ ਲੰਬੀ ਅਵਧੀ ਦੀ ਪਹਿਲ ਕਦਮੀ ਹੈ, ਜੋ ਦੁਨੀਆ ਭਰ ਦੇ ਵਿੱਚ ਗੈਰ ਸੇਵਾ ਕੀਤੇ ਅਤੇ ਘੱਟ ਸੇਵਾ ਵਾਲੇ ਭਾਈਚਾਰਿਆਂ ਨੂੰ ਘੱਟ ਲੇਟੈਂਸੀ, ਉੱਚ ਸਪੀਡ ਬ੍ਰੌਡਬੈਂਡ ਕਨੈਕਟੀਵਿਟੀ ਪ੍ਰਦਾਨ ਕਰੇਗਾ। ਪਹਿਲਾਂ ਸਪੇਸਐਕਸ ਦੇ ਸੈਟੇਲਾਈਟ ਦੇ ਉਪ ਪ੍ਰਧਾਨ ਸਨ। ਉਸਨੇ ਓਰੇਗਨ ਸਟੇਟ ਯੂਨੀਵਰਸਿਟੀ ਤੋਂ ਇਲੈਕਟ੍ਰਿਕ ਅਤੇ ਕੰਪਿਊਟਰ ਇੰਜੀਨੀਅਰਿੰਗ 'ਚ ਮਾਸਟਰਸ ਕੀਤਾ ਹੈ। ਵਾਈਟ ਹਾਊਸ ਨੇ ਇੱਕ ਬਿਆਨ 'ਚ ਕਿਹਾ ਕਿ UAG ਪੁਲਾੜ ਨੀਤੀ ਅਤੇ ਰਣਨੀਤੀ ਨਾਲ ਜੁੜੇ ਮਾਮਲਿਆਂ ਨੂੰ ਰਾਸ਼ਟਰੀ ਪੁਲਾੜ ਪਰਿਸ਼ਦ ਨੂੰ ਸਲਾਹ ਅਤੇ ਸਿਫਾਰਸ਼ਾਂ ਪ੍ਰਦਾਨ ਕਰੇਗਾ। ਇਸ ਵਿੱਚ ਸਰਕਾਰ ਦੀਆਂ ਨੀਤੀਆਂ, ਕਾਨੂੰਨਾਂ, ਨਿਯਮਾਂ, ਸੰਧੀਆਂ, ਅੰਤਰਰਾਸ਼ਟਰੀ ਯੰਤਰਾਂ, ਪ੍ਰੋਗਰਾਮਸ ਅਤੇ ਸਿਵਲ ਵਪਾਰਕ, ਅੰਤਰਰਾਸ਼ਟਰੀ ਅਤੇ ਰਾਸ਼ਟਰੀ ਸੁਰੱਖਿਆ ਸਪੇਸ ਸੈਕਟਰ ਸ਼ਾਮਲ ਨੇ। ਚੀਨ ਵਿੱਚ ਕਰੋਨਾ ਵਾਇਰਸ ਦਾ ਕਹਿਰ ਇੰਨਾ ਵੱਧ ਚੁੱਕਿਆ ਹੈ ਕਿ ਰੋਜ਼ਾਨਾ 9000 ਤੋਂ ਵੱਧ ਮਰੀਜ਼ ਦਮ ਤੋੜ ਰਹੇ ਨੇ। ਲੰਡਨ ਦੀ ਗਲੋਬਲ ਹੈਲਥ ਇੰਟੈਲੀਜੈਂਸ ਕੰਪਨੀ ਏਅਰਫਿਨਿਟੀ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਪਿਛਲੇ ਹਫ਼ਤੇ ਦੇ ਮੁਕਾਬਲੇ ਦੁੱਗਣੀ ਹੋ ਚੁੱਕੀ ਹੈ, ਪਰ ਜਿਨਪਿੰਗ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਅਮਰੀਕੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਫਲਾਈਟ ਦੇ ਵਾਸ਼ਰੂਮ ਦੇ ਵਿੱਚੋਂ ਨਿਕਲਣ ਵਾਲੇ ਗੰਦੇ ਪਾਣੀ ਦੇ ਟੈਸਟ ਕੀਤੇ ਜਾਣਗੇ ਤਾਂ ਕਿ ਨਵੇਂ ਵੇਰੀਐਂਟਸ ਬਾਰੇ ਪਤਾ ਲੱਗ ਸਕੇ। ਚੀਨ ਵਿੱਚ ਕਰੋਨਾ ਵਾਇਰਸ ਦੇ ਨੰਗਾ ਨਾਚ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਤਰਸਯੋਗ ਬਣਾ ਦਿੱਤਾ। ਹੁਣ ਓਮਿਕਰੌਨ ਦੇ ਨਵੇਂ ਵੇਰੀਐਂਟ ਵਿੱਚ ਇੱਕ ਹੋਰ ਵੇਰੀਐਂਟ ਦਾ ਖਤਰਾ ਮੰਡਰਾ ਰਿਹਾ। ਦੱਸ ਦਈਏ ਕਿ ਇਸ ਵੇਰੀਐਂਟ ਨੂੰ ਪਿਛਲੇ ਵੇਰੀਐਂਟ ਤੋਂ ਜ਼ਿਆਦਾ ਖਤਰਨਾਕ ਦੱਸਿਆ ਜਾ ਰਿਹਾ। ਦ ਹਿਲ ਸਿਟਿੰਗ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅਨੁਸਾਰ COVID-19 ਦੇ ਨਵੇਂ ਰੂਪ XBB.1.5 ਦਾ ਖਤਰਾ ਵੱਧ ਰਿਹਾ। ਭਵਿੱਖ ਵਿੱਚ ਇਹ ਵੇਰੀਐਂਟ ਹੋਰ ਵੀ ਖਤਰਨਾਕ ਸਾਬਤ ਹੋ ਸਕਦਾ ਹੈ। CDC ਦੇ ਅਨੁਸਾਰ COVID-19 XBB.1.5 ਦਾ ਨਵਾਂ ਰੂਪ ਅਮਰੀਕਾ ਦੇ ਵਿੱਚ 40% ਤੱਕ ਫੈਲ ਗਿਆ ਹੈ। ਇਸ ਕਾਰਨ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਦੱਸ ਦਈਏ ਕਿ ਵੇਰੀਐਂਟ VQ ਅਤੇ XBB ਦੇ ਵੇਰੀਐਂਟ ਨਾਲੋਂ ਇਨਫੈਕਸ਼ਨ ਫੈਲਾਉਣ ਵਿੱਚ ਜ਼ਿਆਦਾ ਖਤਰਨਾਕ ਹੈ। ਓਮਿਕਰੌਨ ਸਬ ਵੇਰੀਐਂਟਸ XBB ਅਤੇ XBB.1 ਨੂੰ ਭਾਰਤ ਵਿੱਚ ਪਹਿਲੀ ਵਾਰ ਪਛਾਣਿਆ ਗਿਆ ਸੀ। CNN ਨੇ 28 ਦਸੰਬਰ ਨੂੰ ਰਿਪੋਰਟ ਦਿੱਤੀ ਕਿ ਚੀਨ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਸੰਯੁਕਤ ਰਾਜ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਕ COVID-19 ਟੈਸਟ ਦੀ ਨਕਾਰਾਤਮਕ ਰਿਪੋਰਟ ਪੇਸ਼ ਕਰਨ ਦੀ ਲੋੜ ਹੋਏਗੀ। ਅਧਿਕਾਰੀਆਂ ਨੇ ਪੀਪਲਸ ਰਿਪਬਲਿਕ ਆਫ ਚਾਈਨਾ ਦੇ ਸ਼ੁਰੂਆਤੀ ਅੱਖਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਚੀਨ ਵਿੱਚ ਚੱਲ ਰਹੇ COVID-19 ਵਾਧੇ ਅਤੇ ਵਾਇਰਲ ਜੀਨੋਮਿਕ ਕ੍ਰਮ ਡੇਟਾ ਸਮੇਤ ਪਾਰਦਰਸ਼ੀ ਡੇਟਾ ਦੀ ਘਾਟ ਨੂੰ ਲੈ ਕੇ ਅੰਤਰਰਾਸ਼ਟਰੀ ਭਾਈਚਾਰਿਆਂ ਦੇ ਵਿੱਚ ਚਿੰਤਾ ਵੱਧ ਰਹੀਆਂ ਨੇ। ਨਵੰਬਰ ਵਿੱਚ ਚੀਨ 'ਚ ਸਥਾਨਕ COVID-19 ਦੇ ਪ੍ਰਕੋਪ 'ਚ ਰਿਕਾਰਡ ਵਾਧਾ ਹੋਇਆ। ਵਿਗੜਦੀ ਮਹਾਮਾਰੀ ਸੰਬੰਧੀ ਸਥਿਤੀ ਦੇ ਕਾਰਨ ਅਧਿਕਾਰੀਆਂ ਨੇ ਕੁਝ ਖੇਤਰਾਂ 'ਚ ਅੰਸ਼ਕ ਤਾਲਾਬੰਦੀ ਲਾਗੂ ਕੀਤੀ ਹੈ। ਇਸ ਦੇ ਨਾਲ ਹੀ ਵਸਨੀਕਾਂ ਨੂੰ ਰੋਜ਼ਾਨਾ ਦੇ ਆਧਾਰ ਤੇ PCR ਟੈਸਟ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਬੀਜਿੰਗ ਅਤੇ ਸ਼ੰਘਾਈ ਸਮੇਤ ਚੀਨ ਦੇ ਕਈ ਵੱਡੇ ਸ਼ਹਿਰਾਂ ਦੇ ਵਿੱਚ 24 ਨਵੰਬਰ ਤੋਂ ਸਖਤ ਪਾਬੰਦੀਆਂ ਲਗਾਈਆਂ ਗਈਆਂ ਨੇ। ਚੀਨ ਨੇ ਅਮਰੀਕਾ ਦੇ ਵਿੱਚ ਆਪਣੇ ਰਾਜਦੂਤ ਚੀਨ ਗਾਂਗ ਨੂੰ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ, ਜੋ ਵਾਂਗ ਜੀ ਦੀ ਜਗ੍ਹਾ ਲੈਣਗੇ। ਮੌਜੂਦਾ ਵਿਦੇਸ਼ ਮੰਤਰੀ ਵਾਂਗ ਜੀ ਨੂੰ ਤਰੱਕੀ ਦੇ ਕੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸਿਆਸੀ ਬਿਊਰੋ 'ਚ ਸ਼ਾਮਲ ਕੀਤਾ ਗਿਆ ਅਤੇ ਉਹ ਦੇਸ਼ ਦੇ ਚੋਟੀ ਦੇ ਡਿਪਲੋਮੈਟ ਬਣ ਗਏ। ਬਿਊਰੋ ਨੀਤੀਗਤ ਮਾਮਲਿਆਂ 'ਚ ਪਾਰਟੀ ਦੀ ਸਿਖਰਲੀ ਸੰਸਥਾ ਹੈ। ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ 56 ਸਾਲਾ ਚੀਨ ਇਹ ਅਹੁਦਾ ਕਦੋਂ ਸੰਭਾਲਣਗੇ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਤੇ ਸਹਾਇਕ ਵਿਦੇਸ਼ ਮੰਤਰੀ ਹੁਆ ਜ਼ੂਨਿੰਗ ਨੇ ਟਵੀਟ ਕੀਤਾ, ਚੀਨ ਦਾ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤੇ ਜਾਣ ਤੇ ਚੀਨ ਗਾਂਗ ਨੂੰ ਵਧਾਈ। ਚੀਨ ਦੀ ਕੂਟਨੀਤੀ 'ਚ ਇੱਕ ਸ਼ਾਨਦਾਰ ਨਵੇਂ ਅਧਿਆਇ ਦੀ ਉਮੀਦ ਹੈ। ਇਹ ਐਲਾਨ ਹੈਰਾਨੀਜਨਕ ਹੈ ਕਿਉਂਕਿ ਅਗਲੇ ਸਾਲ 5 ਮਾਰਚ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਾਲਾਨਾ ਸੈਸ਼ਨ ਦੇ ਦੌਰਾਨ ਨਵੇਂ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਨਵਾਂ ਪ੍ਰਸ਼ਾਸਨ ਅਹੁਦਾ ਸੰਭਾਲੇਗਾ। ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਛੱਡ ਕੇ ਸਾਰੇ ਉੱਚ ਅਧਿਕਾਰੀਆਂ ਤੇ ਮੰਤਰੀਆਂ ਨੂੰ ਸੰਸਦ ਸੈਸ਼ਨ ਦੌਰਾਨ ਬਦਲਿਆ ਜਾਏਗਾ। ਓਨਟਾਰੀਓ ਵਾਸੀਆਂ ਨੂੰ 1 ਜਨਵਰੀ ਤੋਂ 13 ਸਧਾਰਨ ਬਿਮਾਰੀਆਂ ਦੇ ਇਲਾਜ ਵਾਸਤੇ ਡਾਕਟਰ ਦੇ ਕੋਲ ਜਾਣਾ ਪਏਗਾ ਅਤੇ ਫਾਰਮਾਸਿਸਟ ਹੀ ਦਵਾਈਆਂ ਦੇ ਸਕਣਗੇ। ਅੱਖਾਂ ਦੀ ਲਾਲੀ, ਤੇਜ਼ਾਬ ਬਣਨ, ਬੁੱਲ ਫਟਣ, ਕੀੜਾ ਮਕੌੜਾ ਲੜਨ ਵਰਗੀਆਂ ਸਮੱਸਿਆਵਾਂ ਦਾ ਇਲਾਜ ਕਰਨ ਦਾ ਅਧਿਕਾਰ ਫਾਰਮਾਸਿਸਟਸ ਨੂੰ ਦਿੱਤਾ ਗਿਆ ਹੈ। ਧੂੜ ਮਿੱਟੀ ਜਾਂ ਪਾਲਤੂ ਜਾਨਵਰਾਂ ਤੋਂ ਹੋਣ ਵਾਲੀ ਸਧਾਰਨ ਐਲਰਜੀ ਅਤੇ ਸਧਾਰਨ ਮੋਚ ਦੇ ਇਲਾਜ ਵਾਸਤੇ ਵੀ ਫਾਰਮਾਸਿਸਟਾਂ ਨੂੰ ਦਵਾਈ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ।
टापू ते वसिया छोटा जिहा देश जमाइका इन्नी दिनी गैंगलैंड बनया होया है। गिरोह नाल संबंधित हिंसक वारदातां वधण दे कारण दसंबर महीने दे शुरू विच ही इत्थे स्टेट ऑफ एमरजेंसी लगा दित्ती गई सी। इन्हां हालातां दे बावजूद कैनेडा दे प्रधानमंत्री जस्टिन ट्रूडो ने छुट्टियां मनाउण दे लई कैरेबियन मुल्क नूं चुणिया ते हुण ओह गैंगलैंड बणे इस देश विच परिवार नाल छुट्टियां मना रहे ने। ਅਲਬਰਟਾ सूबे की मुख मंत्री डैनियल ਸਮਿਥ ਵੱਲੋਂ अपना अहुदा संभालण उपरंत पहली बार कैलगरी विखे पंजाबी भाईचारे ते होर भाईचारिਆਂ ਦੇ ਕਾਰੋਬਾਰੀਆਂ ਤੇ ਅਹਿਮ ਸ਼ਖਸੀਅਤਾਂ ਦੇ ਨਾਲ ਜਨਤਕ ਮੀਟਿੰਗ ਕਰਕੇ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਗਈਆਂ। ਇਸ ਸਾਰੇ ਪ੍ਰੋਗਰਾਮ ਦਾ ਪ੍ਰਬੰਧ ਮੁੱਖ ਮੰਤਰੀ ਦੇ ਸਲਾਹਕਾਰ ਹਰਦਿਆਲ ਸਿੰਘ ਹੈਪੀ ਮਾਨ ਵੱਲੋਂ ਕੀਤਾ ਗਿਆ। इस मौके डैनियल ਸਮਿਥ ने चोणां समय दिते सहयोग के लिए 71 लोगों का धन्यवाद किया। सूबे अंदर और सूबे तो बाहर ट्रक मालकां ते ड्राइवरां नूं आ रही हाईवे ते आउण जाण समय मुश्किलां बारे भी मंत्री दे ध्यान विच दिता गया और इस मौके शहर विच चल रही एक टैक्सी कंपनी नूं कैलगरी हवाई अड्डे ते आ रही मुश्किलां बारे भी मुख मंत्री नूं जाणू करवाया गया। उल्लेखे प्रोग्राम समय व्यापार, इमीग्रेशन, बहु सभ्याचार मंत्री राजन सानी ਅਤੇ बहु सभ्याचार संसदीय ਸਕੱਤਰ ਦਵਿੰਦਰ ਤੂਰ ਸਿੰਘ ਸਮੇਤ ਹੋਰ ਵੀ ਕਈ ਮੌਜੂਦ ਰਹੇ। ਕੈਨੇਡਾ ਦੇ ਲੋਕ ਗਾਇਕ ਇਆਨ ਟਾਇਸਨ ਦਾ 99 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਇਆਨ ਤੇ ਸਿਲਵੀਆ ਦੀ ਮਸ਼ਹੂਰ ਗਾਇਕ ਜੋੜੀ ਨੇ ਕਈ ਭਵਿੱਖੀ ਸੰਗੀਤਕ ਹਸਤੀਆਂ ਜੌਨੀ ਮਿਸ਼ੇਲ ਅਤੇ ਨੀਲ ਯੰਗ ਨੂੰ ਵੀ ਗਾਇਕੀ ਦੇ ਖੇਤਰ ਵਿੱਚ ਆਉਣ ਦੇ ਲਈ ਪ੍ਰੇਰਿਤ ਕੀਤਾ। ब्रिटिश कोलंबिया के विक्टोरिया के रहने वाले टाइसन की मौत अल्बर्टा स्थित उन्होंने रिहाइश उत्ते हुई है। इत्थे उन्होंने खेतीबाड़ी के लिए वड्डी पद्धर उत्ते जमीन खरीदी सी। दस्सणयोग है कि टाइसन टोरंटो दे विच लोक गायकी की मुहिम का हिस्सा रहे जिसका लोगों उत्ते काफ़ी असर पिया। उन्होंने अपनी पहली पत्नी सिल्विया टाइसन नाल मिलके कई गीतों की रचना की जो सभ्याचारक पक्ष तो मकबूल हुए। मगरों ज़्यादातर समा उन्होंने अपने खेतों में बिताया तो खाओ बॉय वनगी के गीत लिखे। हरियाणा राज ट्रांसपोर्ट कॉरपोरेशन ने शुक्रवार ਨੂੰ क्रिकेटर ऋषभ पंत की जान बचाने वाले अपने एक ड्राइवर और कंडक्टर ਨੂੰ सन्मानित किया। सूत्रों ने जानकारी दी। हरियाणा राज ट्रांसपोर्ट कॉरपोरेशन के ड्राइवर सुशील कुमार और कंडक्टर परमजीत ਨੂੰ सन्मानित किया गया जिन्हों ने क्रिकेटर ऋषभ पंत ਨੂੰ दिल्ली देहरादून हाईवे ते वापरे सड़क हादसे में उन्हों की लग्जरी कार में अग लगन तो बाद उस विचों बाहर कढ़ण च मदद की मांग की सी। सूत्रों के मुताबक सूबा सरकार भी दोवां ਨੂੰ सन्मानित कर सकती है। हरियाणा स्टेट ट्रांसपोर्ट कॉरपोरेशन के पानीपत डिपू के जनरल मैनेजर कुलदीप जांगड़ ने फोन ते पीटीआई भाषा ਨੂੰ दस्सिया पानीपत वापस आउण ते असीं उन्हां ਨੂੰ अपने दफ्तर च प्रशंसा पत्र ਅਤੇ यादगारी चिन्ह भेंट किया। उन्होंने दस्सिया कि सुशील कुमार ने कार नूं सड़क के डिवाइडर नाल टकराउंदे होए देखा जिस तो बाद वो अपने कंडक्टर नाल मदद दे लई भज्जे। जांगड़ ने यह भी कहा कि ड्राइवर और कंडक्टर दोवां ने इंसानियत की मिसाल कायम की है। स्टार इंडिया क्रिकेटर ऋषभ पंत उस वेले बाल बाल बचे जदों उन्हां दी लग्जरी कार नूं शुक्रवार तड़के दिल्ली देहरादून हाईवे ते सड़क के डिवाइडर दे नाल टकराउण तो बाद अग लग गई। पंत अपनी मां नूं सरप्राइज़ देण दे लई रुड़की जा रहे सी। पुलिस ने दस्सिया कि 25 साला पंत दे सिर, पिठ ते पैरां ते सट्टां लगियां ने पर उन्हां दी हालत स्थिर है। यह हादसा उत्तराखंड के हरिद्वार जिले च सवेरे करीब 5:30 बजे वापरिया। वीरवार 29 दसंबर ਨੂੰ यूक्रेन के क्रीमिया के अलुश्ता विच एक कार हादसे विच 4 भारतीय विद्यार्थियों की मौत हो गई। चारे भारतीय विद्यार्थी उत्थे रह के डॉक्टरी की पढ़ाई कर रहे सन। मैडिकल के 4 विद्यार्थियों के विचों 2 विद्यार्थी तीजे साल के सन जबकि बाकी 2 विद्यार्थी चौथे साल के सन। रिपोर्ट के मुताबक यह घटना क्रीमियन समय के अनुसार 3:30 बजे वापरी। चारे विद्यार्थी रेनो लोगन कार दे विच सिमफेरोपोल वाल जा रहे सन फिर अचानक कार चला रहे नौजवान ने काब गवा दिता ते कार दरख्त दे नाल जा टकराई अते कार विच सवार चारे लोगों की जान चली गई। स्थानक मीडिया की रिपोर्ट के मुताबक पुलिस इस मामले की जांच कर रही है जिस विच 4 भारतीय विद्यार्थी मारे गए सन। यह मामला क्रीमिया गणराज के अंदरूनी मामलों के मंत्रालय ने दस्सिया। दक्षिणी कोरिया की राजधानी सियोल में वीरवार ਨੂੰ एक भयानक सड़क हादसा वापरिया जिस विच बस और ट्रक की टक्कर के नाल सुरंग में अग लग गई। इस हादसे के विच 6 लोगों की मौत होने की सूचना आ रही है जबकि 37 होर जख्मी हो गए ने। हालांकि ट्रक विच की समान सी, बस विच कितनियां सवारियां सन इस बारे जानकारी नहीं मिल सकी। यूके, फ्रांस, भारत ते अमरीका समेत 10 देशों ने चीन तो आने वाले यात्रियों के लिए कोरोना टेस्ट लाजमी कर दिता। WHO इन्हां देशों द्वारा लगाईਆਂ गईਆਂ पाबंदियां तो बाद हरकत विच आ गई है। इसने चीन नूं जीरो कोविड नीति नूं खत्म करन तो बाद चिंताजनक तौर ते वध रहे कोरोना वायरस मामलों बारे वधेरे अंकड़े प्रदान करन दे लई कहा।
ਦੱਸ ਦਈਏ ਕਿ 5 ਜਨਵਰੀ ਤੋਂ ਚੀਨ ਤੋਂ ਇੰਗਲੈਂਡ ਜਾਣ ਵਾਲੇ ਯਾਤਰੀਆਂ ਲਈ 2 ਦਿਨ ਪੁਰਾਣੀ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਹੋਏਗੀ। ਯੂਕੇ ਸਰਕਾਰ ਨੇ ਕਿਹਾ ਕਿ ਇਹ ਕਦਮ ਚੀਨ ਵਿੱਚ ਤਬਾਹੀ ਮਚਾਉਣ ਵਾਲੇ ਨਵੇਂ ਰੂਪ ਦਾ ਪਤਾ ਲਗਾਉਣ ਦੀ ਦਿਸ਼ਾ ਵਿੱਚ ਚੁੱਕਿਆ ਗਿਆ। ਉਸਨੇ ਇਸ ਨੂੰ ਸਾਵਧਾਨੀ ਅਤੇ ਸਥਾਈ ਉਪਾਅ ਦੱਸਿਆ। ਭਾਰਤ, ਅਮਰੀਕਾ, ਜਾਪਾਨ, ਇਟਲੀ ਅਤੇ ਤਾਈਵਾਨ ਨੇ ਵੀ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਕੋਰੋਨਾ ਟੈਸਟ ਲਾਜ਼ਮੀ ਕਰ ਦਿੱਤਾ। ਫਰਾਂਸ, ਸਪੇਨ, ਦੱਖਣੀ ਕੋਰੀਆ ਤੇ ਇਜ਼ਰਾਈਲ ਨੇ ਵੀ ਅਜਿਹੇ ਕਦਮ ਚੁੱਕੇ ਨੇ ਕਿ ਇਸ ਦੇ ਨਾਲ ਹੀ ਚੀਨ ਦਾ ਦਾਅਵਾ ਹੈ ਕਿ ਉਸਦਾ ਕੋਰੋਨਾ ਡੇਟਾ ਪਾਰਦਰਸ਼ੀ ਹੈ। ਹਾਲਾਂਕਿ ਭਾਰਤ, ਅਮਰੀਕਾ ਸਮੇਤ ਕਈ ਦੇਸ਼ਾਂ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਕੋਰੋਨਾ ਟੈਸਟਿੰਗ ਲਾਜ਼ਮੀ ਕੀਤੇ ਜਾਣ ਤੋਂ ਬਾਅਦ WHO ਹਰਕਤ ਵਿੱਚ ਆ ਗਿਆ। ਘੱਟ ਟੈਸਟਿੰਗ ਕਾਰਨ ਚੀਨ ਦੇ ਅਧਿਕਾਰਤ ਅੰਕੜੇ ਭਰੋਸੇਯੋਗ ਨਹੀਂ ਹੋ ਗਏ ਨੇ ਔਰ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਨੂੰ ਲੈ ਕੇ ਆਲੋਚਨਾ ਹੋ ਰਹੀ ਹੈ। ਸ਼ੁੱਕਰਵਾਰ ਨੂੰ ਚੀਨੀ ਅਧਿਕਾਰੀਆਂ ਤੇ ਵਿਸ਼ਵ ਸਿਹਤ ਸੰਗਠਨ ਦੇ ਮਾਹਿਰਾਂ ਦੇ ਵਿਚਕਾਰ ਇਸ ਵਿਸ਼ੇ ਤੇ ਗੰਭੀਰ ਚਰਚਾ ਹੋਈ। ਇੱਕ ਵਰਚੁਅਲ ਮੀਟਿੰਗ ਦੇ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਚੀਨ ਨੂੰ ਜੀਨੋਮ ਸੀਕੁਐਂਸਿੰਗ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ, ਮੌਤਾਂ ਤੇ ਟੀਕਿਆਂ ਬਾਰੇ ਵਧੇਰੇ ਡੇਟਾ ਪ੍ਰਦਾਨ ਕਰਨ ਦੇ ਲਈ ਕਿਹਾ। ਆਸਟ੍ਰੇਲੀਆ ਤੋਂ ਦਿਲ ਨੂੰ ਛੂਹ ਲੈਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ। ਇੱਥੇ ਇੱਕ ਭਿਆਨਕ ਕਾਰ ਹਾਦਸੇ ਦੇ ਵਿੱਚ ਮਾਤਾ-ਪਿਤਾ ਦੀ ਮੌਤ ਹੋ ਗਈ, ਜਦਕਿ ਉਹਨਾਂ ਦੇ 3 ਬੱਚੇ ਕਾਰ ਵਿੱਚ ਹੀ ਫਸ ਗਏ। ਇਸ ਦੌਰਾਨ 5 ਸਾਲ ਦੀ ਬੱਚੀ ਨੇ ਬਹਾਦਰੀ ਦਿਖਾਉਂਦਿਆਂ ਆਪਣੀ ਤੇ ਆਪਣੇ 2 ਛੋਟੇ ਭਰਾਵਾਂ ਦੀ ਜਾਨ ਬਚਾਈ। CNN ਦੇ ਨਾਲ ਸੰਬੰਧਿਤ 9 ਨਿਊਜ਼ ਨੇ ਇਸ ਸੰਬੰਧੀ ਰਿਪੋਰਟ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ ਪੇਂਡੂ ਪੱਛਮੀ ਆਸਟ੍ਰੇਲੀਆ ਦੇ ਇੱਕ ਦੂਰ ਦਰਾਡੇ ਹਿੱਸੇ ਦੇ ਵਿੱਚ 3 ਛੋਟੇ ਬੱਚੇ ਮਲਬੇ 'ਚ 2 ਦਿਨਾਂ ਤੋਂ ਵੱਧ ਸਮੇਂ ਤੱਕ ਫਸੇ ਰਹੇ। ਇੱਕ ਬਿਆਨ ਦੇ ਵਿੱਚ ਪੱਛਮੀ ਆਸਟ੍ਰੇਲੀਆਈ ਪੁਲਿਸ ਨੇ ਕਿਹਾ ਕਿ ਪਰਿਵਾਰ ਦੀ ਲੈਂਡ ਰੋਵਰ ਡਿਸਕਵਰੀ ਮੰਗਲਵਾਰ ਸਵੇਰੇ ਖੌਂਡਿਨਨ ਵਿੱਚ ਮਿਲੀ, ਜੋ ਰਾਜ ਦੀ ਰਾਜਧਾਨੀ ਪਰਥ ਤੋਂ ਲਗਭਗ 280 ਕਿਲੋਮੀਟਰ ਪੂਰਬ ਵਿੱਚ ਹੈ। ਪੁਲਿਸ ਨੇ ਦੱਸਿਆ ਕਿ ਮਾਤਾ-ਪਿਤਾ ਸਿੰਡੀ ਬ੍ਰੈਡੌਕ ਅਤੇ ਜ਼ੇਕ ਡੇ ਨੂੰ ਮੌਕੇ ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਹਨਾਂ ਦੇ 3 ਬੱਚੇ ਹਾਦਸੇ ਵਿੱਚ ਬਚ ਗਏ, ਪਰ ਇੱਕ ਸੰਬੰਧਿਤ ਪਰਿਵਾਰਕ ਮੈਂਬਰ ਦੁਆਰਾ ਖੋਜੇ ਜਾਣ ਤੱਕ ਉਹ ਆਪਣੇ ਮਰੇ ਹੋਏ ਮਾਤਾ-ਪਿਤਾ ਦੇ ਨਾਲ ਵਾਹਨ ਵਿੱਚ ਫਸੇ ਹੋਏ ਸੀ। 9 ਨਿਊਜ਼ ਨੇ ਰਿਪੋਰਟ ਦਿੱਤੀ ਹੈ ਕਿ 5 ਜਣਿਆਂ ਦੇ ਪਰਿਵਾਰ ਵਿੱਚੋਂ 5 ਸਾਲਾ ਬੱਚੀ ਅਤੇ ਉਸਦੇ 2 ਭਰਾ ਜ਼ਿੰਦਾ ਬਚੇ। ਉਹਨਾਂ ਦੀ ਉਮਰ 2 ਅਤੇ 1 ਸਾਲ ਹੈ। ਇਹਨਾਂ ਬਾਰੇ ਇੱਕ ਦਿਨ ਪਹਿਲਾਂ ਹੀ ਲਾਪਤਾ ਦੇਣ ਦੀ ਸੂਚਨਾ ਦਿੱਤੀ ਗਈ ਸੀ ਔਰ ਜਦੋਂ ਉਹ ਕ੍ਰਿਸਮਸ ਦਿਵਸ ਦੇ ਜਸ਼ਨ ਵਿੱਚ ਸ਼ਾਮਲ ਨਹੀਂ ਹੋਏ ਸਨ। 5 ਸਾਲ ਦੇ ਬੱਚੇ ਨੇ 1 ਸਾਲ ਦੇ ਬੱਚੇ ਦੀ ਕਾਰ ਸੀਟ ਦਾ ਬੱਕਲ ਹਟਾਇਆ, ਉਸ ਨੂੰ ਚੁੱਪ ਕਰਾਇਆ। ਉਹਨਾਂ ਦੀ ਮੁਸੀਬਤ ਵਿੱਚ ਉੱਚ ਤਾਪਮਾਨ ਕਾਰਨ ਹੋਰ ਵੱਧ ਗਈ ਸੀ। ਉਹ 30 ਡਿਗਰੀ ਗਰਮੀ ਵਿੱਚ 55 ਘੰਟਿਆਂ ਦੇ ਲਈ ਕਾਰ 'ਚ ਫਸੇ ਰਹੇ ਸਨ। ਕੋਈ ਨਹੀਂ ਜਾਣਦਾ ਕਿ ਉਹ ਕਿਸ ਹਾਲਾਤ ਵਿੱਚ ਲੰਘੇ। ਪੁਲਿਸ ਨੇ ਦੱਸਿਆ ਕਿ ਬੱਚਿਆਂ ਨੂੰ ਗੰਭੀਰ ਡੀਹਾਈਡਰੇਸ਼ਨ ਦੇ ਨਾਲ ਹਸਪਤਾਲ ਲਿਜਾਇਆ ਗਿਆ। ਉਹ ਗੈਰ ਜਾਨ ਖਤਰੇ ਵਾਲੀਆਂ ਸੱਟਾਂ ਨਾਲ ਬਚ ਗਏ ਅਤੇ ਆਉਣ ਵਾਲੇ ਦਿਨਾਂ 'ਚ ਹਸਪਤਾਲ ਤੋਂ ਛੁੱਟੀ ਮਿਲਣ ਦੀ ਉਮੀਦ ਹੈ। ਪੰਜਾਬ ਦੇ ਵਿੱਚ ਠੰਡ ਦਾ ਕਹਿਰ ਜਾਰੀ ਹੈ। ਸੰਘਣੀ ਧੁੰਦ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਦੇ ਵਿੱਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ। ਨਵੇਂ ਸਾਲ ਦਾ ਆਗਾਜ਼ ਵੀ ਸੰਘਣੀ ਧੁੰਦ ਦੇ ਨਾਲ ਹੋਏਗਾ। ਪੰਜਾਬ ਦੇ ਵਿੱਚ ਪਾਰਾ ਹੋਰ ਚੜ੍ਹੇਗਾ ਤੇ ਕੜਾਕੇ ਦੀ ਠੰਡ ਪਏਗੀ। ਪੱਛਮੀ ਗੜਬੜੀ ਕਾਰਨ ਦੁਬਾਰਾ ਧੁੰਦ ਛਾਈ ਰਹੇਗੀ। ਹਵਾਵਾਂ ਦੀ ਦਿਸ਼ਾ ਬਦਲ ਕੇ ਉੱਤਰ ਪੱਛਮ ਵੱਲ ਹੋਣਗੀਆਂ, ਜਿਸ ਨਾਲ ਠੰਡ ਹੋਰ ਵਧਣੀ ਹੈ। ਦੂਜੇ ਪਾਸੇ ਪੱਛਮੀ ਗੜਬੜੀ ਦੇ ਪ੍ਰਭਾਵ ਦੇ ਨਾਲ ਬੀਤੇ ਦਿਨੀ ਬੱਦਲ ਵੀ ਛਾਏ ਰਹੇ। ਸ਼ਾਮ ਨੂੰ ਕੁਝ ਜ਼ਿਲ੍ਹਿਆਂ ਦੇ ਵਿੱਚ ਧੁੰਦ ਦੇਖਣ ਨੂੰ ਮਿਲੀ। ਮੌਸਮ ਵਿਭਾਗ ਦੇ ਮੁਤਾਬਕ ਮੌਸਮ ਦੇ ਵਿੱਚ ਬਦਲਾਅ ਜਾਰੀ ਹੈ। ਸ਼ੁੱਕਰਵਾਰ ਰਾਤ ਨੂੰ ਪੱਛਮੀ ਗੜਬੜੀ ਹਰਿਆਣਾ, NCR ਤੇ ਦਿੱਲੀ ਤੋਂ ਅੱਗੇ ਨਿਕਲ ਗਿਆ। ਇਸ ਕਾਰਨ ਹੁਣ ਪੰਜਾਬ, ਰਾਜਸਥਾਨ, ਹਰਿਆਣਾ, NCR ਤੇ ਦਿੱਲੀ ਵਿੱਚ ਇੱਕ ਵਾਰ ਫਿਰ ਤੋਂ ਬਰਫੀਲੀਆਂ ਹਵਾਵਾਂ ਦਾ ਰੁਖ ਹੋ ਜਾਏਗਾ। ਇਸ ਨਾਲ ਜਨਵਰੀ ਦੇ ਪਹਿਲੇ ਹਫ਼ਤੇ ਕੜਾਕੇ ਦੀ ਸਰਦੀ ਪਏਗੀ ਤੇ ਨਵੇਂ ਸਾਲ ਦਾ ਸਵਾਗਤ ਕੜਕ ਦੀ ਠੰਡ ਨਾਲ ਹੋਏਗਾ। ਸ਼ਨੀਵਾਰ ਸਵੇਰ ਤੋਂ ਹੀ ਹਰਿਆਣਾ, NCR ਤੇ ਦਿੱਲੀ ਵਿੱਚ ਜ਼ਿਆਦਾਤਰ ਥਾਵਾਂ ਤੇ ਧੁੰਦ ਛਾਏ ਰਹਿਣ ਦੀ ਸੰਭਾਵਨਾ ਹੈ। ਸੂਬੇ ਵਿੱਚ अधिकतम तापमान 15.0 ਤੋਂ ਲੈ ਕੇ 25.0 डिग्री सेल्सियस ਤੇ न्यूनतम तापमान 8.0 ਤੋਂ ਲੈ ਕੇ 11.0 डिग्री सेल्सियस ਦੇ ਵਿੱਚ ਦਰਜ ਕੀਤਾ ਗਿਆ। इस दौरान सरसा ਦੇ ਵਿੱਚ अधिकतम तापमान 15.8 डिग्री सेल्सियस ਤੇ ਮਹਿੰਦਰਗੜ੍ਹ ਦੇ ਵਿੱਚ न्यूनतम तापमान 8.2 डिग्री सेल्सियस ਰਿਹਾ, ਜੋ ਸੂਬੇ ਵਿੱਚ ਸਭ ਤੋਂ ਘੱਟ ਰਿਹਾ। ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਦੇ ਵਿੱਚ ਘੱਟੋ-ਘੱਟ ਤਾਪਮਾਨ ਦੇ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਕੁਝ ਰਾਹਤ ਮਿਲੀ। ਦੋਵੇਂ ਸੂਬਿਆਂ ਦੇ ਕਈ ਹਿੱਸਿਆਂ ਦੇ ਵਿੱਚ ਧੁੰਦ ਰਹੀ, ਜਿਸ ਨਾਲ ਸਵੇਰੇ ਵਿਜ਼ਿਬਿਲਿਟੀ ਬਹੁਤ ਘੱਟ ਰਹੀ। ਮੌਸਮ ਵਿਭਾਗ ਦੇ ਮੁਤਾਬਕ ਚੰਡੀਗੜ੍ਹ ਦੇ ਵਿੱਚ ਘੱਟੋ-ਘੱਟ ਤਾਪਮਾਨ 10.3 डिग्री सेल्सियस दर्ज किया गया। पंजाब के मोहाली दे विच घट्टो-घट्ट तापमान 11.1, मुक्तसर दे विच 10, जलंधर दे विच 10.8, लुधियाना दे विच 8.4 ते पटियाला दे विच 8 डिग्री सेल्सियस दर्ज किया गया। हालांकि बठिंडा ते अमृतसर दे विच ठंड दा मौसम रहा। घट्टो-घट्ट तापमान क्रमवार 5 ते 6.4 डिग्री सेल्सियस दर्ज किया गया। हरियाणा विच करनाल दा घट्टो-घट्ट तापमान 9.2 ਅਤੇ ਹੋਰ ਵੀ ਕਈ ਥਾਵਾਂ ਤੇ ਤਾਪਮਾਨ ਠੰਡਾ ਰਿਹਾ।
ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ US TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।